Hello everyone, welcome to the Emerge Academy. Achieve your aim with us. ਅੱਜ ਦਾ ਜੋ ਲੈਕਚਰ ਹੈ ਜੀ, ਇਸ ਤੋਂ ਸਟਾਰਟ ਕਰਨ ਤੋਂ ਪਹਿਲਾਂ ਇੱਕ ਮੋਟੀਵੇਸ਼ਨ। Winners are those who never fail, but those who never quit। ਕੀ ਕਹਿਣਾ ਹੈ ਜੀ? ਵਿਨਰ ਉਹ ਨਹੀਂ ਹੁੰਦੇ ਜਿਹੜੇ ਕਦੇ ਫੇਲ ਨਹੀਂ ਹੁੰਦੇ। ਹਰ ਇੱਕ ਜ਼ਿੰਦਗੀ ਦੇ ਵਿੱਚ ਫੇਲ ਹੁੰਦਾ ਜੀ। ਫੇਲ ਹੋਣ ਤੋਂ ਬਾਅਦ ਤੁਸੀਂ ਕੀ ਕੁਝ ਉਸ ਫੇਲੀਅਰ ਤੋਂ ਸਿੱਖਿਆ ਹੈ, ਤੁਸੀਂ ਉਸ ਫੇਲੀਅਰ ਤੋਂ ਕੀ ਕੁਝ ਸਿੱਖਿਆ ਤੇ ਉਸ ਫੇਲੀਅਰ ਨੂੰ ਝੇਲਣ ਤੋਂ ਬਾਅਦ ਤੁਸੀਂ ਕੁਇਟ ਨਹੀਂ ਕੀਤਾ, ਉਸ ਨੂੰ ਛੱਡਿਆ ਨਹੀਂ, ਤਾਂ ਹੀ ਤੁਸੀਂ ਵਿਨਰ ਬਣਦੇ ਹੋ ਅੰਤ ਤੇ। ਤਾਂ ਇਹ ਸੀਗਾ ਜੀ ਅੱਜ ਦੀ ਮੋਟੀਵੇਸ਼ਨ ਕੁਇਟ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ। ਅੱਜ ਦਾ ਜੋ ਆਪਣਾ ਟੌਪਿਕ ਹੈ ਜੀ ਉਹ ਹੈ ਯੂਨਾਈਟਿਡ ਨੇਸ਼ਨ, ਸੰਯੁਕਤ ਰਾਸ਼ਟਰ। ਦੁਨੀਆ ਦਾ ਸਭ ਤੋਂ ਵੱਡਾ ਸੰਗਠਨ। ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਕਿਹੜਾ ਹੈ ਜੀ? ਸੰਯੁਕਤ ਰਾਸ਼ਟਰ। ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਹੈ ਜੀ ਸੰਯੁਕਤ ਰਾਸ਼ਟਰ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਵੀ ਕਹਿ ਦਿੰਦੇ ਆ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਦੇ ਥੋੜਾ ਜਿਹਾ ਇਤਿਹਾਸ ਬਾਰੇ ਜਾਣ ਲੈਂਦੇ ਆ ਜੀ। ਪਹਿਲਾਂ ਦੋ ਵਿਸ਼ਵ ਯੁੱਧ ਹੋਇਆ ਜੀ, ਵਰਲਡ ਵਾਰ 1 ਤੇ ਵਰਲਡ ਵਾਰ 2। ਪਹਿਲਾ ਵਿਸ਼ਵ ਯੁੱਧ ਜਿਹੜਾ ਹੈ ਜੀ 1914 ਤੋਂ ਲੈ ਕੇ 18 ਤੱਕ ਹੋਇਆ। ਦੂਸਰਾ ਵਿਸ਼ਵ ਯੁੱਧ ਜਿਹੜਾ ਹੈ 1939 ਤੋਂ ਲੈ ਕੇ 45 ਤੱਕ ਹੋਇਆ। ਇਹ ਦੋ ਵਿਸ਼ਵ ਯੁੱਧ ਹੋਏ ਤਾਂ ਵਿਸ਼ਵ ਯੁੱਧ ਦੇ ਵਿੱਚ ਆਪਾਂ ਨੂੰ ਸਿੱਟੇ ਪਤਾ ਨੇ ਇਹਨਾਂ ਦੇ ਕਿੰਨੇ ਭਿਆਨਕ ਨੇ ਜੀ। ਇੱਕ ਯੁੱਧ ਦੇ ਸਿੱਟੇ ਕਿੰਨੇ ਭਿਆਨਕ ਹੁੰਦੇ ਨੇ ਇਹ ਆਪਾਂ ਦੇਖ ਚੁੱਕੇ ਹਾਂ। ਤੁਸੀਂ ਹੁਣ ਪਿੱਛੇ ਹੀ ਦੇਖੇ ਹੋਣੇ ਆ, ਰੂਸ ਯੂਕਰੇਨ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਟੀਵੀ ਦੇ ਵਿੱਚ। ਯੁੱਧ ਦੇ ਨਤੀਜੇ ਬਹੁਤ ਭਿਆਨਕ ਹੁੰਦੇ ਨੇ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਯੁੱਧ ਨੂੰ ਰੋਕਣ ਲਈ ਤੇ ਦੁਨੀਆ ਵਿੱਚ ਸ਼ਾਂਤੀ ਕਾਇਮ ਰੱਖਣ ਲਈ, ਸ਼ਾਂਤੀ ਬਣਾਉਣ ਲਈ ਦੁਨੀਆ ਦੇ ਵਿੱਚ, ਅਤੇ ਹੋਣ ਵਾਲੇ ਯੁੱਧਾਂ ਨੂੰ ਰੋਕਣ ਦੇ ਲਈ ਇੱਕ ਸੰਸਥਾ ਬਣਾਈ ਗਈ ਜਿਸ ਦਾ ਨਾਮ ਕੀ ਹੈ ਜੀ? ਯੂਨਾਈਟਿਡ ਨੇਸ਼ਨ, ਸੰਯੁਕਤ ਰਾਸ਼ਟਰ। ਇਹ ਜਿਹੜੀ ਯੂਨਾਈਟਿਡ ਨੇਸ਼ਨ ਟਰਮ ਹੈ, ਯੂਨਾਈਟਿਡ ਨੇਸ਼ਨ ਟਰਮ ਜਿਹੜੀ ਹੈ ਇਹ ਕਿਸ ਨੇ ਦਿੱਤੀ ਸੀਗੀ? ਇਹ ਦਿੱਤੀ ਸੀਗੀ ਫਰੈਂਕਲਿਨ ਡੀ ਰੂਜ਼ਵੈਲਟ ਨੇ। ਫਰੈਂਕਲਿਨ ਡੀ ਰੂਜ਼ਵੈਲਟ ਕੌਣ ਸੀਗਾ? ਇਹ ਸੀਗਾ ਜੀ ਅਮਰੀਕਾ ਦਾ ਪ੍ਰੈਜ਼ੀਡੈਂਟ, ਅਮਰੀਕਾ ਦਾ ਰਾਸ਼ਟਰਪਤੀ, USA ਦਾ ਪ੍ਰੈਜ਼ੀਡੈਂਟ ਕੌਣ? ਫਰੈਂਕਲਿਨ ਡੀ ਰੂਜ਼ਵੈਲਟ। ਪੇਪਰ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ ਇਹ ਟਰਮ ਜਿਹੜੀ ਹੈ ਯੂਨਾਈਟਿਡ ਨੇਸ਼ਨ ਕਿਸ ਨੇ ਦਿੱਤੀ ਸੀ? ਤਾਂ ਫਰੈਂਕਲਿਨ ਡੀ ਰੂਜ਼ਵੈਲਟ ਨੇ। ਕੌਣ ਸੀਗਾ? USA ਦਾ ਪ੍ਰੈਜ਼ੀਡੈਂਟ। ਇਸ ਦੀ ਸ਼ੁਰੂਆਤ ਕਿਵੇਂ ਹੋਈ ਯੂਨਾਈਟਿਡ ਨੇਸ਼ਨ ਦੀ? ਯੂਨਾਈਟਿਡ ਨੇਸ਼ਨ ਦੀ ਸ਼ੁਰੂਆਤ ਹੋਈ UN ਚਾਰਟਰ ਸਾਈਨ। ਯੂਨਾਈਟਿਡ ਨੇਸ਼ਨ ਚਾਰਟਰ ਹੋਇਆ ਸੀਗਾ ਜੀ, ਚਾਰਟਰ ਸਾਈਨ ਕੀਤਾ ਗਿਆ। ਇੱਕ ਕਹਿ ਲਓ ਡਾਕੂਮੈਂਟ ਸੀਗਾ ਜੀ, ਡਾਕੂਮੈਂਟ ਸਾਈਨ ਕੀਤਾ ਹੈ ਕਿੰਨੇ ਦੇਸ਼ਾਂ ਨੇ ਜੀ? 51 ਕੰਟਰੀਜ਼ ਨੇ। 51 ਕੰਟਰੀਜ਼ ਨੇ ਇੱਕ ਡਾਕੂਮੈਂਟ ਸਾਈਨ ਕੀਤਾ। ਤੇ ਕਦੋਂ ਕੀਤਾ ਸੀਗਾ ਜੀ? 26 ਜੂਨ 1945 ਨੂੰ। ਇੰਪੋਰਟੈਂਟ ਹੈ ਜੀ ਡੇਟ ਇਹ ਵਾਲੀ। ਇੱਥੇ ਇੱਕ ਕਾਨਫਰੰਸ ਹੋਈ ਸੀਗੀ, ਇੱਥੇ ਸੈਨ ਫਰਾਂਸਿਸਕੋ, USA ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਜੀ ਸੈਨ ਫਰਾਂਸਿਸਕੋ। ਅਮਰੀਕਾ ਦੇ ਵਿੱਚ। ਉੱਥੇ ਕਾਨਫਰੰਸ ਦੇ ਵਿੱਚ ਇੱਕ UN ਚਾਰਟਰ, ਯੂਨਾਈਟਿਡ ਨੇਸ਼ਨ ਚਾਰਟਰ ਡਾਕੂਮੈਂਟ ਕਹਿ ਸਕਦੇ ਹੋ, ਸਾਈਨ ਕੀਤਾ ਗਿਆ। ਕਿਸ ਤਰੀਕ ਨੂੰ? 26 ਜੂਨ 1945 ਨੂੰ। ਇਹ ਚਾਰਟਰ ਜਿਹੜਾ ਸੀਗਾ ਲਾਗੂ ਕਦੋਂ ਹੋਇਆ ਜੀ? ਜਿਸ ਤਰ੍ਹਾਂ ਆਪਣੇ ਦੇਸ਼ ਦਾ ਸੰਵਿਧਾਨ ਕਹਿੰਦੇ ਲਾਗੂ ਹੋਇਆ 1950 ਦੇ ਵਿੱਚ, ਉਸੇ ਤਰ੍ਹਾਂ ਇਹ ਚਾਰਟਰ ਜਿਹੜਾ ਹੈ ਲਾਗੂ ਕਦੋਂ ਹੋਇਆ ਜੀ? ਕਦੋਂ ਇਹ ਐਕਟ ਹੋਣ ਲੱਗ ਗਿਆ, ਕਦੋਂ ਫੋਰਸ ਦੇ ਵਿੱਚ ਆਇਆ? ਇਹ ਚਾਰਟਰ ਜਿਹੜਾ ਹੈ 24 ਅਕਤੂਬਰ 1945 ਨੂੰ ਫੋਰਸ ਹੋਇਆ ਜੀ, ਇਹ ਲਾਗੂ ਹੋਇਆ ਹੈ। ਕਿਸ ਤਰੀਕ ਨੂੰ? 24 ਅਕਤੂਬਰ 1945 ਨੂੰ। ਇੰਪੋਰਟੈਂਟ ਡੇਟ ਹੈ ਜੀ, ਦੋਨੋਂ ਹੀ ਯਾਦ ਰੱਖਣਾ, ਦੋਨੋਂ ਹੀ। ਇਸ ਚਾਰਟਰ ਦੇ 24 ਅਕਤੂਬਰ ਨੂੰ ਕੀ ਮਨਾਇਆ ਜਾਂਦਾ ਜੀ? 24 ਅਕਤੂਬਰ ਨੂੰ ਕੀ ਮਨਾਇਆ ਜਾਂਦਾ ਹੈ? ਯੂਨਾਈਟਿਡ ਨੇਸ਼ਨ ਡੇ, ਸੰਯੁਕਤ ਰਾਸ਼ਟਰ ਦਿਵਸ, ਯੂਨਾਈਟਿਡ ਨੇਸ਼ਨ ਡੇ, ਸੰਯੁਕਤ ਰਾਸ਼ਟਰ ਦਿਵਸ। ਠੀਕ ਹੈ, ਦਿਵਸ ਮਨਾਇਆ ਜਾਂਦਾ ਹੈ ਸੰਯੁਕਤ ਰਾਸ਼ਟਰ ਦਿਵਸ। ਕਿੰਨੀ ਤਰੀਕ ਨੂੰ? 24 ਅਕਤੂਬਰ ਨੂੰ।
ਤਾਂ ਜਿਸ ਟਾਈਮ ਇਹ बनाई गई संस्था उस टाइम इस दे फाउंडिंग मैंबर यानी कि ना किस 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 कंट्री ने स्थापना की थी, तो स्थापना करने वाले 51 देश सीगे। कितने देश सीगे? 51 देश। हुण इस समय इस जिहड़ी यूनाइटेड नेशन संस्था है जी, इस दे कितने मैंबर ने? हुण इस वक्त इस दे 193 मैंबर ने। कितने मैंबर ने जी? 193 ते प्लस नाल 2 ऑब्जर्वर स्टेट्स ने। टोटल हो गए जी कुल कितने हो गए? 195। पेपर ਦੇ ਵਿੱਚ ਆਪਸ਼ਨ ਹੈਗੀ 193, ਤੁਸੀਂ 193 ਟਿਕ ਕਰ ਦੇਣੀ ਹੈ ਜੋ ਮੈਂਬਰ ਸਟੇਟ ਨੇ। ਦੋ ਨਾਲ ਆਬਜ਼ਰਵਰ ਸਟੇਟ ਨੇ ਜਿੰਨਾ ਕਰਕੇ 195 ਹੋ ਜਾਂਦੇ ਨੇ। ਇਹ ਸੀਗਾ ਜੀ ਹੁਣ ਤੱਕ ਦਾ ਯੂਨਾਈਟਿਡ ਨੇਸ਼ਨ ਦਾ, ਤੁਹਾਨੂੰ ਤੁਸੀਂ ਜੋ ਦੇਖਿਆ। ਇਸ ਦੀਆਂ ਕੁਝ ਆਫੀਸ਼ੀਅਲ ਭਾਸ਼ਾਵਾਂ ਹੈਗੀਆਂ, ਲੈਂਗੁਏਜ ਹੈਗੀਆਂ। ਆਫੀਸ਼ੀਅਲ ਲੈਂਗੁਏਜ ਕਿਹੜੀਆਂ ਜੀ? ਇੰਗਲਿਸ਼ ਹੈ, ਰਸ਼ੀਆ ਹੈ, ਰੂਸੀ ਭਾਸ਼ਾ, ਚਾਈਨੀਜ਼ ਭਾਸ਼ਾ, ਫ੍ਰੈਂਚ ਲੈਂਗੁਏਜ, ਸਪੈਨਿਸ਼ ਤੇ ਅਰਬੀ ਭਾਸ਼ਾ। स्पैनिश, फ्रेंच, चाइनीज, रशियन ते इंग्लिश। ये सीगियां जी 6 भाषावां ने जिहड़ियां ऑफिशियल भाषावां ने जी। कितनियां भाषावां ने? 6। ये याद रखना, पेपर दे विच पुछ लैंदे ने कितनियां भाषावां ऑफिशियल ने यूनाइटेड नेशन दी। 6 भाषावां ऑफिशियल ने। चलो अगे चलते हैं जी। इस बारे इन्ना समझ लग गया ये क्यों बने? शांति बनाउण वास्ते युद्धां दे विच। ਤੁਹਾਨੂੰ ਪਤਾ वर्ल्ड वार 2 ਦੇ ਵਿੱਚ 2 ਐਟਮ ਬੰਬ ਜੋ ਜਾਪਾਨ ਦੇ ਉੱਪਰ ਸੁੱਟੇ ਗਏ ਸੀ, ਜੋ ਬਹੁਤ ਤਬਾਹੀ ਹੋਈ ਸੀਗੀ। ਤਾਂ ਤਬਾਹੀਆਂ ਨੂੰ ਰੋਕਣ ਵਾਸਤੇ, ਯੁੱਧਾਂ ਨੂੰ ਰੋਕਣ ਵਾਸਤੇ, ਦੁਨੀਆ ਵਿੱਚ ਸ਼ਾਂਤੀ ਬਣਾਉਣ ਵਾਸਤੇ ਯੂਨਾਈਟਿਡ ਨੇਸ਼ਨ ਦਾ ਫਾਰਮੇਸ਼ਨ ਹੋਈ ਹੈ। ਅੱਗੇ ਚੱਲਦੇ ਹਾਂ ਜੀ, ਇਸ ਸੰਸਥਾ ਬਾਰੇ ਹੋਰ ਜਾਣਦੇ ਹਾਂ ਜੀ। ਯੂਨਾਈਟਿਡ ਨੇਸ਼ਨ ਦੇ ਅੱਗੇ 6 ਆਰਗਨ ਹੈ ਜੀ, 6 ਅੰਗ ਨੇ ਜੀ ਮੇਨ। ਜੇ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਆਉਂਦਾ ਹੈ ਯੂਨਾਈਟਿਡ ਨੇਸ਼ਨ ਦੇ ਕਿੰਨੇ ਅੰਗ ਨੇ, ਤਾਂ 6 ਅੰਗ ਨੇ ਜੀ। पहला है जी जनरल असेंबली, यूनाइटेड नेशन जनरल असेंबली, यूनाइटेड नेशन सिक्योरिटी कौंसल, यूनाइटेड नेशन इकोनॉमिक एंड सोशल कौंसल। उस तो बाद चौथी जी ट्रस्टीशिप कौंसल। उस तो बाद पंजवीं है जी सैकटरीएट ते लास्ट ते है इंटरनेशनल कोर्ट ऑफ जस्टिस। इन्हां बारे एक एक करके अगे चर्चा करांगे। पहला इन्हां बारे की जानना है जी? पहला तो देख लो जी इन्हां दा बारे थोड़ी जी एक चीज़। आ जिहड़े 5 जी मार्क कीते है, ये पंजे दे पंजां दे हैडकुआटर की हुंदा जी? मुख दफ्तर। इन्हां पंजां दा मुख दफ्तर इक्को ही जगह ते है ते वो है जी न्यूयॉर्क। ये कित्थे है जी? अमेरिका दे विच, यूएसए दे विच। इन्हां पंजां दा ही जिहड़ा मुख दफ्तर है, हैडकुआटर है, वो कित्थे है जी? न्यूयॉर्क दे विच। ये गल याद रखा जी, पेपर दे विच बहुत बार पूछे जांदे ने इन्हां दे दफ्तर। तो पंजां दे सौखे हो गए जी, बिल्कुल याद करना। पंजां दे इकट्ठे कित्थे ने? न्यूयॉर्क, यूएसए दे विच। आईसीजे दे बाद गल करांगे। इन्हां दा हैडकुआटर कित्थे है जी? हैडकुआटर कित्थे है जी? न्यूयॉर्क, यूएसए दे विच। 6 अंग ने, नाम याद रखने ने। जनरल असेंबली, सिक्योरिटी कौंसल, इकोनॉमिक एंड सोशल कौंसल, ट्रस्टीशिप कौंसल, सैकटरीएट ते आईसीजे। अगे गल करते हैं जी इन्हां बारे। सब तो पहला ऑर्गन, सब तो पहला अंग जिहड़ा यूनाइटेड नेशन जनरल असेंबली। फुल फॉर्म ही पूछ लैंदे ने कई बार पेपर दे विच, ये तुहानूं फुल फॉर्म पता होनी चाहिए। यूनाइटेड नेशन जनरल असेंबली। एक बार फिर इत्थे लिख देने यूनाइटेड नेशन जनरल असेंबली। जनरल असेंबली इनू पंजाबी दे विच जी महासभा कहंदे आ। की कहंदे आ? महासभा। ये कह सकते हो जो जिहड़ी ये चीज़ ये की है? यूनाइटेड नेशन की एक तरह की संसद है। ये संसद ये यूनाइटेड नेशन लई की बनाउंदी है? कानून बनाउण दा काम करती है। उत्थे सारे देश मिल के जो भी समस्यावां होंदियां जां जो भी कुछ हुंदा है उन्हां ते चर्चा करते हैं जी इत्थे यूनाइटेड नेशन जनरल असेंबली दे विच। इस यूनाइटेड नेशन जनरल असेंबली के कितने मैंबर ने? इस यूनाइटेड नेशन जनरल असेंबली के कितने मैंबर ने? मैंबर तो मतलब समझ लिया जी देशों बारे गल कर रहा। तो इस दे टोटल 193 ही मैंबर ने। सारे दे सारे मैंबर, सारे दे सारे देश इस दे मैंबर ने। 193 देश ही, ठीक है जी, इस दे मैंबर। क्लियर होगी जी गल। अगे हरेक देश अपने 5 मैंबर भेज सकते, 5 ऑफिशियल मैंबर भेज सकते, यानी कि 5 परसन
ऑफिशियल चेयरपर्सन भेज सकते हैं इस यूनाइटेड नेशन जनरल असैंबली। क्लीयर होगी जी गल। अगे इस यूनाइटेड नेशन जनरल असैंबली का एक चुनिया जाता है जी प्रेजिडेंट। यूनाइटेड नेशन जनरल असैंबली का प्रेजिडेंट चुनिया जाता है जिन्होंने प्रधान कह सकते हैं सब महासभा का, महासभा का प्रधान। तो इनके इंपोर्टेंट की है जी पहली महिला प्रधान, पहली महिला प्रधान, फर्स्ट फीमेल प्रेजिडेंट कौन सी जी श्रीमती विजय लक्ष्मी पंडित। ये कितों सी गई इंडियन। इस यूनाइटेड नेशन जनरल असैंबली की जो पहली महिला प्रधान बनी है जी वो कौन है जी विजय लक्ष्मी पंडित, जो कि इंडिया तो बिलोंग करते सी, जो कितों बिलोंग करते सी इंडिया तो बिलोंग करते सी। ये जनरल असैंबली बारे तुहानू क्लीयर हो गई। इसका हैडकुआटर कितने, पंजां का हैडकुआटर कितने है जी, पंजां का इन्हों का हैडकुआटर संस्थावां का जिहड़ियां ऑफिस ने इन्हों का न्यूयॉर्क के विच यूएसए के विच है। क्लीयर हो गई। अगे चलिए इंपोर्टेंट है आ चीज़ फर्स्ट फीमेल प्रेजिडेंट, पहली महिला प्रधान जनरल असैंबली की कौन सी विजय लक्ष्मी पंडित जो इंडिया तो बिलोंग करती थी। अगे आ गई जी इंपोर्टेंट इस दे दूसरा ऑर्गन यूनाइटेड नेशन सिक्योरिटी कौंसल UNSC, यूनाइटेड नेशन सिक्योरिटी कौंसल जिन्होंने होर की नाम कहते जी पंजाबी दे विच सुरक्षा परिषद, सिक्योरिटी कौंसल सुरक्षा परिषद, ठीक है सुरक्षा परिषद। इस दे कुल 15 मैंबर होंगे, 15 मैंबर देश हाँ जी। इस विच दो तरह के अगे इन्हां मैंबरां की दो तरीके नाल वंड की हुई है। 5 मैंबर तो इस दे नहीं जी परमानेंट, परमानेंट ते जिहड़े 10 मैंबर है वो नहीं जी नॉन परमानेंट। परमानेंट का मतलब समझ लीजिए, नॉन परमानेंट का की हुंदा जी हाई ये हो गई जी अस्थाई। टोटल कितने मैंबर ने जी 15, 5 परमानेंट ने 10 नॉन परमानेंट। परमानेंट का की मतलब है जी वो बंदे वो मैंबर जिहड़े इस दे परमानेंट ही रहणगे। 5 ने जी, 5 के नाम तुहानू पता होने चाहिए ने, ये पेपर दे विच पूछा जाता है किहड़े परमानेंट मैंबर ने यूनाइटेड नेशन सिक्योरिटी कौंसल दे। तो सब तो पहले जी USA अमेरिका, उस तो बाद जी रूस रशिया, तीसरा आ गया जी चीन चाइना, चौथा आ गया जी यूके इंग्लैंड भी कह देंगे, पंजवां लास्ट आ गया जी अपने कोल फ्रांस, लास्ट देश किहड़ा जी फ्रांस। ये 5 जिहड़े नहीं परमानेंट मैंबर है, 15 टोटल मैंबर जिन्हों विचों 5 परमानेंट मैंबर ने USA रूस चीन यूके ते फ्रांस। इंपोर्टेंट है जी इन्हां 5 कोल हुंदी है जी एक पावर जिन्हों कहीदा जी वीटो पावर, वीटो शक्ति, वीटो शक्ति। एक ही चीज़ होंगी कि कोई भी सिक्योरिटी कौंसल दे विच इस अंग दे विच कोई भी फैसला लिया जाएगा तो इन्हां 5 की सहमति जरूरी है जी, इन्हां 5 देशों की सहमति जरूरी है जी, इन्हां की यूनाइटेड नेशन सिक्योरिटी कौंसल दे विच इन्हां 5 देशों की जिहड़ी सहमति जिहड़ी है जरूरी है जी। 10 जिहड़े ने नॉन परमानेंट ने, 10 नॉन परमानेंट ने ये चुने जाते हैं जी किंदे द्वारा यूनाइटेड नेशन जनरल असैंबली द्वारा। ये 10 मैंबर जिहड़े ने नॉन परमानेंट ये चुने जाते हैं किंदे द्वारा यूनाइटेड नेशन जनरल असैंबली महासभा द्वारा चुने जाते हैं जी। ये 2 साल लिए चुने जाते हैं, 2 साल लिए चुने जाते हैं। ते इंडिया जिहड़ा है इंडिया भी हुण इसका नॉन परमानेंट मैंबर है। इंडिया भी की है नॉन परमानेंट अस्थाई मैंबर है एट ए टाइम। इंडिया का कुल कदों का कार्यकाल है 2021 तो लैके 2021 तो लैके
2022 तक। ये 2 साल इंडिया दे कोल नॉन परमानेंट मैंबरशिप है किंदी यूनाइटेड नेशन सिक्योरिटी काउंसिल दी। इंडिया कोशिश कर रहा है परमानेंट मैंबर बनने की, 10 नॉन परमानेंट है ते एट ए टाइम जो करंटली इंडिया की है इसका नॉन परमानेंट मैंबर है। यूनाइटेड नेशन सिक्योरिटी काउंसिल द्वारा तो यूनाइटेड नेशन जनरल असैंबली द्वारा मैंबर नॉन परमानेंट मैंबर चुने जाते हैं जी 2 साल के लिए। 5 परमानेंट मैंबर पता होने चाहिए ने ते इन्हां कोल की हुंदी है वीटो शक्ति हुंदी है। क्लियर हो गई। तो इंडिया तुहानूं दस ही चुके हैं जी नॉन परमानेंट मैंबर है एट ए टाइम इसका। ये तुसी जिहड़ी यूनाइटेड नेशन सिक्योरिटी काउंसिल है नहीं ये तुसी उत्थों दी समझ सकदे जी कार्यपालिका, कार्यपालिका एग्जीक्यूटिव यूनाइटेड नेशन कार्यपालिका। क्लियर हो गई गल। तो ये सीगे जी दूसरा ऑर्गन। तीसरे ऑर्गन ते चलते हैं जी इस दे आ गया जी इकोनॉमिक एंड सोशल काउंसिल। ये फुल फॉर्म बहुत इंपॉर्टेंट है जी इकोसोक इकोनॉमिक एंड सोशल काउंसिल। इनका पंजाबी च लिखिए तो आर्थिक एंड आर्थिक ਅਤੇ समाजिक परिषद इकोनॉमिक एंड सोशल काउंसिल आर्थिक ते समाजिक परिषद। इस दे ਜਿਹੜੇ ਮੈਂਬਰ ਨੇ ਜੀ ਉਹ 54 ਦੇਸ਼ ਨੇ 54 ਕੰਟਰੀਜ਼ ਇਸ ਦੀਆਂ ਮੈਂਬਰ ਨੇ ਜੋ ਕਿ ਕਿੰਦੇ ਦੁਆਰਾ ਚੁਣੇ ਜਾਂਦੇ ਨੇ ਜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੁਆਰਾ ਚੁਣੇ ਜਾਂਦੇ ਨੇ ਤੇ ਪਾਸ ਕੌਣ ਕਰਦਾ ਜੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਿਲ। ਇਹਨਾਂ ਦੋਨਾਂ ਦੁਆਰਾ ਚੁਣੇ ਜਾਂਦੇ ਨੇ ਜੀ। ਇਹ ਜਿਹੜੇ ਨੇ 53 ਦੇਸ਼ ਕਿੰਨੇ ਸਾਲਾਂ ਲਈ ਚੁਣੇ ਜਾਂਦੇ ਨੇ 3 ਸਾਲਾਂ ਦਾ ਕਾਰਜਕਾਲ ਹੈ ਜੀ ਇਹਨਾਂ ਦਾ ਟਨਿਓਰ जो कार्यकाल समय है किन्ने समय लिए चुने जाते हैं तो ये 3 साल लिए चुने जाते हैं। टर्नियोर कितना ही 3 साल 3 ईयर्स लिए चुने जाते हैं। किन्ने मैंबर ने जी एट ए टाइम करंटली इस दे 54 देश इस दे मैंबर ने। नाम तो क्लीयर हो रहा है आर्थिक ते समाजिक परिषद। ये जिहड़ी संस्था है यूनाइटेड नेशन दे विच ये अंग जिहड़ा है ये दुनिया दे विच देश पूरे वर्ल्ड दे विच देशां दे विच जो भी आर्थिक ते समाजिक समस्यावां हुंदियां ने उन्हां ते भूमिका निभाउंदा ही अपने काम करदा है समाजिक अते आर्थिक अते समाजिक समस्यावां नूं लैके। ठीक है जी आर्थिक ते समाजिक समस्यावां नूं लैके आर्थिक ते समाजिक परिषद है जो कि इस लिए काम करता है दुनिया दे विच आर्थिक ते समाजिक प्रॉब्लम्स नूं सॉल्व करने की कोशिश करता है। इस दे मैंबर 54 कंट्रीज ने 3 साल होंगे। क्लियर हो गई गल। इस तो अगे चलते हैं जी तीसरा अंग हो गया जी इंपोर्टेंट है इसकी फुल फॉर्म। अगे आ गया जी सैकटरीएट सकत्रेट जिन्होंने पंजाबी दे विच कह दिंदे हैं सैकटरीएट। ये की है जी ये ऑफिशियल वर्क दे लई जाने जांदे। ये की है ऑफिशियल वर्क करता है किसका यूनाइटेड नेशन ऑफिशियल वर्क कौन संभालते हैं जी सैकटरीएट सकत्रेट जिन्होंने कह देंगे हैं। सारा जो दफ्तरी काम होएगा किस तरह यूनाइटेड नेशन नूं रन करना है वो कौन करेगा जी सैकटरीएट करेगी सकत्रेट। इसका एक चुनिया जाता है जी सैक्रटरी जनरल जेड़ा एट ए टाइम जो करंटली कौन है जी एंटोनियो गुटरेस। एंटोनियो गुटरेस एंटोनियो गुटरेस इस नूं सैकटरी जनरल नूं पंजाबी दे विच कहंदे जी महासकत्तर। इंपोर्टेंट है जी सैकटरी जनरल की पोस्ट हुंदी है एक तरह सकत्तरत दे विच जिहड़ी सब तो वड्डी पोस्ट मन्नी जांदी है सैकटरी जनरल जेड़ा एट टाइम कौन है जी करंटली कौन ने एंटोनियो गुटरेस। ये सारा काम करते हैं जी इस चीज़ का ऑफिशियल वर्क दफ्तरी काम सारा यही यूनाइटेड नेशन का संभालते हैं जी। ये जो सैकटरी जनरल है ये चुनिया जाता है जी 5 साल के लिए 5 ईयर्स लिए चुनिया जाता है किन्ने द्वारा यूनाइटेड नेशन जनरल असैंबली द्वारा ते इस ते सहमति चाहिए होंगी है जी यूनाइटेड नेशन
ਸਿਕਿਉਰਿਟੀ ਕੌਂਸਲ ਦੀ ਸਹਿਮਤੀ। ਹੁਣ ਸਹਿਮਤੀ ਕਿੰਦੀ ਕੀ ਚਾਹੀਦੀ ਹੈ ਜੀ? 5 ਪਰਮਾਨੈਂਟ ਹੋ ਗਈ, 5 ਪਰਮਾਨੈਂਟ ਪਲੱਸ 4 ਹੋਰ ਨੋਨ ਪਰਮਾਨੈਂਟ ਹੋ ਜਾਣ, ਤਾਂ ਟੋਟਲ 15 ਦੇ ਵਿੱਚੋਂ 9 ਕੰਟਰੀ ਦੀ ਸਹਿਮਤੀ ਚਾਹੀਦੀ ਜੀ ਇਸ ਨੂੰ ਚੁਣਨ ਵਾਸਤੇ। ਸੈਕਟਰੀ ਜਨਰਲ ਨੂੰ ਚੁਣਨ ਵਾਸਤੇ, ਮਹਾਸਕੱਤਰ ਨੂੰ ਚੁਣਨ ਵਾਸਤੇ ਜੋ 9 ਦੇਸ਼ਾਂ ਦੀ ਸਹਿਮਤੀ ਚਾਹੀਦੀ ਹੈ, ਜਿਨ੍ਹਾਂ ਦੇ ਵਿੱਚੋਂ 5 ਕੀ ਹੋਣੇ ਚਾਹੀਦੇ ਨੇ ਪਰਮਾਨੈਂਟ ਤੇ 4 ਨੋਨ ਪਰਮਾਨੈਂਟ, ਬਾਕੀ ਦੇ ਬਚ ਗਈ। ਟੋਟਲ 15 ਦੇ ਵਿੱਚੋਂ। ਕਲੀਅਰ ਹੋ ਗਈ ਗੱਲ ਇੱਥੋਂ ਤੱਕ? ਇਹ ਸੀਗਾ ਜੀ ਆਪਣਾ ਸੈਕਟਰੀਏਟ। ਸੈਕਟਰੀਏਟ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ। ਆਪਣੇ ਕੋਲ ਜਿਹੜਾ ਇੰਪੋਰਟੈਂਟ ਬੰਦਾ ਜੀ ਔਰਗਨ, ਇਸ ਦਾ ਸਭ ਤੋਂ ਇੰਪੋਰਟੈਂਟ ਹੈ ਕਹਿ ਸਕਦੇ ਜੀ ਇੱਕ ਤਰ੍ਹਾਂ ਦਾ, ਜੋ ਪੇਪਰਾਂ ਦੇ ਵਿੱਚ ਜ਼ਿਆਦਾ ਪੁੱਛਿਆ ਜਾਂਦਾ ਹੈ, ਅੰਤਰਰਾਸ਼ਟਰੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਨਿਆਂ ਅਦਾਲਤ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ। ਇਸ ਦਾ ਹੈੱਡਕੁਆਟਰ, ਮੁੱਖ ਦਫ਼ਤਰ ਕਿੱਥੇ ਹੈਗਾ ਜੀ? ਹੇਗ ਦੇ ਵਿੱਚ। ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਜੀ, ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ। ਹੇਗ ਦੇ ਵਿੱਚ ਇਸ ਦਾ ਮੁੱਖ ਦਫ਼ਤਰ ਹੈ। ਹੇਗ ਕਿੱਥੇ ਹੈ ਜੀ? ਇੱਕ ਦੇਸ਼ ਹੈ ਜੀ ਨੀਦਰਲੈਂਡ। ਨੀਦਰਲੈਂਡ ਦੇਸ਼ ਹੈ ਜੀ ਯੂਰਪ ਦੇ ਵਿੱਚ, ਉਸ ਦੇ ਹੇਗ ਸ਼ਹਿਰ ਦੇ ਵਿੱਚ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ। ਨਿਊਯਾਰਕ ਤੋਂ ਬਾਅਦ ਇੱਕੋ ਇੱਕ ਇਹ ਅੰਗ ਹੈ ਜਿਹੜਾ ਬਾਹਰ ਹੈਗਾ ਜੀ ਨਿਊਯਾਰਕ ਤੋਂ। ਬਾਕੀ ਸਾਰੇ ਇਸ ਦੇ 5 ਦੇ 5 ਔਰਗਨ ਜੋ ਨੇ ਨਿਊਯਾਰਕ ਦੇ ਵਿੱਚ ਨੇ, USA ਦੇ ਵਿੱਚ। ਇਹ ਕਿੱਥੇ ਹੈ ਜੀ? ਹੈੱਡਕੁਆਟਰ ਹੇਗ, ਨੀਦਰਲੈਂਡ ਦੇ ਵਿੱਚ। ਇਸ ਨੀਦਰਲੈਂਡ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਜੀ, ਹੋਲੈਂਡ। ਇਸ ਦਾ ਨਾਮ ਹੋਲੈਂਡ ਵੀ ਕਹਿੰਦੇ ਆ ਜੀ, ਬਹੁਤ ਸਾਰੇ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ ਹੈ। ਹੇਗ ਨਾਮ ਦੇ ਜਗ੍ਹਾ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜੀ। ਇਸ ਦੇ ਵਿੱਚ ਅਦਾਲਤ ਹੈ, ਜੱਜ ਹੋਣਗੇ। ਟੋਟਲ 15 ਜੱਜ ਹੁੰਦੇ ਆ ਜੀ। ਇਸ ਦੇ ਵਿੱਚ ਕਿੰਨੇ ਜੱਜ ਹੁੰਦੇ ਜੀ? 15 ਜੱਜ ਹੁੰਦੇ ਆ ਜੀ ਜੋ ਕੇਸਾਂ ਦੀ ਸੁਣਵਾਈ ਕਰਦੇ ਆ ਜੀ। ਟੋਟਲ 15 ਜੱਜ ਹੁੰਦੇ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਤੇ ਇਹਨਾਂ 15 ਜੱਜਸ ਦਾ ਜੋ ਵੀ ਜੱਜ ਬੰਦਾ ਜੀ, ਉਸ ਦਾ ਕਾਰਜਕਾਲ ਹੁੰਦਾ ਜੀ ਕਿੰਨੇ ਸਮੇਂ ਲਈ ਜੱਜ ਰਹੇਗਾ? ਟੈਨਿਓਰ, ਉਹ ਹੁੰਦਾ ਹੈ ਜੀ 9 ਸਾਲ ਦਾ ਜੀ, 9 ਈਅਰਸ ਦਾ। 9 ਸਾਲਾਂ ਦਾ ਕਾਰਜਕਾਲ ਹੁੰਦਾ ਜੀ। ਤੇ 3 ਸਾਲ ਬਾਅਦ ਹਰ 3 ਸਾਲ ਬਾਅਦ 5 ਜੱਜ ਜਿਹੜੇ ਹੁੰਦੇ ਨੇ ਜੀ ਉਹ ਕੀ ਹੋ ਜਾਂਦੇ ਨੇ? ਰਿਟਾਇਰ ਹੋ ਜਾਂਦੇ ਨੇ। ਤਾਂ ਤੁਸੀਂ ਇੱਕ ਚੀਜ਼ ਹੋਰ ਕਹਿ ਸਕਦੇ ਜੀ ਇਸ ਦੇ ਕਿ ਵੀ ਇਸ ਦੇ 1/3 ਮੈਂਬਰ, 1/3 ਮੈਂਬਰ ਜੋ ਨੇ ਰਿਟਾਇਰ ਹੋ ਜਾਂਦੇ ਨੇ 3 ਸਾਲ ਬਾਅਦ। ਆ ਵੀ ਕਹਿ ਸਕਦੇ, ਪੇਪਰ ਦੇ ਵਿੱਚ ਸਟੇਟਮੈਂਟ ਆ ਸਕਦੀ ਹੈ ਵੀ ਇਸ ਦੇ 1/3 ਮੈਂਬਰ 3 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਨੇ। ਸਹੀ ਕਿ ਗਲਤ? ਤਾਂ ਇਹ ਸਟੇਟਮੈਂਟ ਹੋਊਗੀ ਸਹੀ। 1/3 ਮੈਂਬਰ ਯਾਨੀ ਕਿ ਕਿੰਨੇ ਬਣ ਗਏ? 5 ਜੱਜ ਬਣ ਗਏ ਜੋ 3 ਸਾਲਾਂ ਬਾਅਦ ਰਿਟਾਇਰ ਹੋ ਜਾਣਗੇ। ਤਾਂ 9 ਸਾਲਾਂ ਬਾਅਦ ਕੰਪਲੀਟ ਬੈਚ ਜਿਹੜਾ ਜੀ ਉਹ ਚੇਂਜ ਹੋ ਜਾਂਦਾ ਹੁੰਦਾ। ਠੀਕ ਹੈ ਜੀ, ਕਲੀਅਰ ਹੋ ਗਏ ਜੀ ਇੱਥੋਂ ਤੱਕ? ਟੋਟਲ 15 ਜੱਜ ਹੋਣਗੇ ਇਸ ਦੇ, ਤੇ 1/3 ਮੈਂਬਰ ਰਿਟਾਇਰ ਹੋ ਜਾਣਗੇ 3 ਸਾਲਾਂ ਬਾਅਦ। ਇਸ ਦਾ ਕੰਮ ਕੀ ਹੈ ਜੀ? ਕੋਈ ਵੀ ਇੰਟਰਨੈਸ਼ਨਲ ਕੋਈ ਕੇਸ ਹੁੰਦਾ ਜੀ ਜੋ ਇਸ ਕੋਰਟ ਤੱਕ ਪਹੁੰਚਦਾ ਹੈ, ਇੰਟਰਨੈਸ਼ਨਲ 2 ਦੇਸ਼ਾਂ ਦੇ ਵਿਚਕਾਰ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਕੋਈ ਕੇਸ ਹੈ ਉਸ ਦਾ ਪਹੁੰਚ ਜਾਂਦਾ ਜੀ ਕੋਰਟ ਦੇ ਵਿੱਚ, ਤਾਂ ਉਹ ਕੌਣ ਸੋਲਵ ਕਰੇਗੀ ਜੀ? ICJ ਦੇ ਵਿੱਚ ਜੱਜ ਕਰਨਗੇ 15 ਜੱਜ ਜੋ ਹੈਗੇ ਆ। ਕਲੀਅਰ ਹੋ ਗਈ ਜੀ ਗੱਲ? ਕੀ ਕੋਈ ਇੰਡੀਅਨ ਵੀ ਇਸ ਦਾ ਜੱਜ ਰਹਿ ਚੁੱਕਿਆ ਜੀ? ਹਾਂਜੀ, ਤਾਂ ਇਸ ਦੇ 4 ਇੰਡੀਅਨ ਜੱਜ ਰਹਿ ਚੁੱਕੇ ਹਨ ਤੇ ਇੱਕ ਕਰੰਟਲੀ ਕਰ ਵੀ ਰਿਹਾ ਜੀ ਕੰਮ। ਇੰਡੀਅਨ ਜੱਜ 4 ਨੇ ਜੀ ਜਿਹੜੇ ਕੰਮ ਕਰ ਚੁੱਕੇ ਨੇ ਐਜ਼ ਆ ਜੱਜ ਇਸ ਦੇ ਵਿੱਚ ICJ ਦੇ ਵਿੱਚ। ਪਹਿਲੇ ਨੇ ਜੀ ਬੇਨੇਗਲ ਰਾਓ, ਕੀ ਨਾਮ ਹੈ ਜੀ? ਬੇਨੇਗਲ ਰਾਓ ਜੀ, ਬੇਨੇਗਲ ਰਾਓ ਜੀ। ਦੂਸਰੇ ਨੇ ਜੀ ਨਗੇਂਦਰ ਸਿੰਘ ਜੀ, ਨਗੇਂਦਰ ਸਿੰਘ ਜੀ। ਤੇ ਤੀਸਰੇ ਨੇ RS ਪਾਠਕ ਤੇ ਚੌਥੇ ਨੇ ਜੀ ਦਲਵੀਰ ਭੰਡਾਰੀ ਜੀ। ਦਲਵੀਰ ਭੰਡਾਰੀ ਜੀ ਹੁਣ ਵੀ ਇਸ ICJ ਦੇ ਜੱਜ ਨੇ ਜੀ। ਇਸ ਦੇ ਜੱਜ ਹੁਣ ਇਹ ਉਸ ਦੇ ਜੱਜ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਨੇ ICJ ਦੇ ਵਿੱਚ। 4 ਜੱਜ ਨੇ ਜੀ, ਜਿਹੜੇ ਨਾਮ ਹੋ ਗਿਆ ਦਲਵੀਰ ਭੰਡਾਰੀ ਜਿਹੜੇ ਨੇ ਹੁਣ ਕੰਮ ਕਰ ਰਹੇ ਨੇ
ICJ ਦੇ ਵਿੱਚ। ਕਲੀਅਰ ਹੋ ਗਿਆ ਜੀ। ਇਹ ਸੀਗੇ ਜੀ 4 ਜੱਜ ਇੰਪੋਰਟੈਂਟ ਨੇ, ਇਹਨਾਂ 4 ਜੱਜਾਂ ਦੇ ਨਾਮ ਤੁਸੀਂ ਥੋੜੇ ਯਾਦ ਰੱਖ ਲੈਣੇ। ਪਿੰਗਲ ਰਾਓ, ਨਗੇਂਦਰ ਸਿੰਘ, RS ਪਾਠਕ, ਦਲਵੀਰ ਭੰਡਾਰੀ। ਹਰ 3 ਸਾਲ ਬਾਅਦ ਇਸ ਦੇ 5 ਜੱਜ ਰਿਟਾਇਰ ਹੋ ਜਾਣਗੇ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਸ ਦਾ ਤੁਸੀਂ ਹੈੱਡਕੁਆਟਰ ਯਾਦ ਰੱਖਣਾ ਜੀ, ਬਿਲਕੁਲ ਇੰਪੋਰਟੈਂਟ ਹੈ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਟਾਰ ਮਾਰਕ ਕਰ ਲਓ ਇਸ ਨੂੰ। ਅੱਗੇ ਹੈ ਜੀ ਲਾਸਟ ਟਰਸਟੀਸ਼ਿਪ ਕੌਂਸਲ, ਟਰਸਟੀਸ਼ਿਪ ਪ੍ਰੀਸ਼ਦ। ਇਹ ਜਿਹੜੀ ਕੌਂਸਲ ਸੀਗੀ ਜੀ ਪਹਿਲਾਂ ਵਰਕ ਕਰ ਰਹੀ ਸੀਗੀ, ਹੁਣ ਇਸ ਦਾ ਵਰਕ ਜਿਹੜਾ ਹੈ ਥੋੜਾ ਜਿਹਾ ਨੋਰਮਲੀ ਘਟ ਗਿਆ ਜੀ। ਦਸੰਬਰ 1994 ਤੋਂ ਬਾਅਦ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਕਦੇ ਕਦਾਈ ਹੁੰਦੀਆਂ ਨੇ, ਬਹੁਤ ਰੇਅਰ ਹੁੰਦੀਆਂ ਨੇ। ਉਸ ਟਾਈਮ ਇਹਨਾਂ ਨੇ ਇੱਕ ਮਤਾ ਪਾਸ ਕਰਤਾ ਸੀ ਵੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਰਹੀ ਸੰਸਥਾ ਹੁੰਨੇ ਇਸ ਟਾਈਮ ਤੇ, ਤਾਂ ਇਹ ਇਸ ਦੀਆਂ ਜਿਹੜੀਆਂ ਮੀਟਿੰਗਾਂ ਨੇ ਹੁਣ ਰੇਅਰਲੀ ਹੁੰਦੀਆਂ ਨੇ, ਬਹੁਤ ਓਕੇਜਨਲੀ ਹੁੰਦੀਆਂ ਨੇ, ਜਦੋਂ ਬੁਲਾਇਆ ਜਾਂਦਾ ਹੈ ਕਦੇ ਕਦਾਈ ਤਾਂ ਉਦੋਂ ਹੀ ਇਸ ਦੀ ਹੁੰਦੀ ਹੈ। ਇਹ ਹੁਣ ਸੰਸਥਾ ਜਿਹੜੀ ਹੈ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਹੈ, ਇਸ ਦੀ ਅਹਿਮੀਅਤ ਜਿਹੜੀ ਹੈ ਉਹ ਘੱਟ ਗਈ ਹੈ। ਕਲੀਅਰ ਹੋ ਗਈ ਜੀ ਗੱਲ। ਇਹ ਸੀਗੇ ਜੀ ਯੂਨਾਈਟਿਡ ਨੇਸ਼ਨ ਦੇ 6 ਦੇ 6 ਔਰਗਨ ਤੁਹਾਨੂੰ ਕਰਵਾਤੇ ਹੈ ਜੀ। ਹਾਂ, ਕਲੀਅਰ ਹੋ ਗਿਆ ਹੋਣਗੇ। ਅੱਗੇ ਇਸ ਬਾਰੇ ਥੋੜਾ ਜਿਹਾ ਹੋਰ ਇੰਪੋਰਟੈਂਟ ਹੈ, ਇੰਡੀਆ ਦਾ ਯੂਨਾਈਟਿਡ ਨੇਸ਼ਨ ਦੇ ਵਿੱਚ ਰੋਲ ਜੀ। ਇੰਡੀਆ ਇਸ ਦਾ ਫਾਊਂਡਿੰਗ ਮੈਂਬਰ ਵੀ ਸੀਗਾ ਜੀ, ਸਥਾਪਨਾ ਵੀ ਇੰਡੀਆ ਦੁਆਰਾ, ਇੰਡੀਆ ਵੀ ਜਦੋਂ ਇਸ ਦੀ ਸਥਾਪਨਾ ਹੋਈ ਤਾਂ ਇੰਡੀਆ ਵੀ ਉਸ ਦਾ ਮੈਂਬਰ ਸੀਗਾ ਜੀ। ਭਾਰਤ ਉਸ ਟਾਈਮ ਇਸ ਦਾ ਮੈਂਬਰ ਸੀਗਾ, 51 ਦੇਸ਼ਾਂ ਦੇ ਵਿੱਚੋਂ ਸੀਗਾ ਜੀ ਇੱਕ। ਹੁਣ ਇੰਡੀਆ ਨੇ ਇਸ ਦੇ ਵਿੱਚ ਕੀ ਭੂਮਿਕਾ ਨਿਭਾਈ ਹੈ? ਵੈਸੇ ਤਾਂ ਬਹੁਤ ਸਾਰੀਆਂ ਭੂਮਿਕਾ ਨੇ ਜੀ, ਤਾਂ ਪਹਿਲੀ ਇਸ ਦੀ ਜਿਹੜੀ ਚਰਚਾ ਕਰਦੇ ਹਾਂ ਜੀ, ਇੰਪੋਰਟੈਂਟ ਹੈ ਜੀ। 2014 ਦੇ ਵਿੱਚ, ਦਸੰਬਰ 2014 ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੁਆਰਾ। ਇੱਕ ਮਤਾ ਪਾਸ ਕੀਤਾ ਗਿਆ, ਰੈਜ਼ੋਲੂਸ਼ਨ ਪਾਸ ਕੀਤਾ ਗਿਆ, ਜਿਸ ਦੇ ਵਿੱਚ ਕੀ ਕਿਹਾ ਗਿਆ ਵੀ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਵੇਗਾ ਯੋਗਾ ਦਿਵਸ, ਇੰਟਰਨੈਸ਼ਨਲ ਯੋਗਾ ਦਿਵਸ। ਕਦੋਂ? 21 ਜੂਨ ਨੂੰ, ਅੰਤਰਰਾਸ਼ਟਰੀ ਯੋਗਾ ਦਿਵਸ ਕਦੋਂ ਮਨਾਇਆ ਜਾਂਦਾ ਜੀ? 21 ਜੂਨ ਨੂੰ। ਕਲੀਅਰ ਹੋਈ ਗੱਲ। ਇਹ ਜਿਹੜਾ ਰੈਜ਼ੋਲੂਸ਼ਨ ਲੈ ਕੇ ਆਏ ਸੀਗੇ ਉਹ ਇੰਡੀਆ ਦੁਆਰਾ ਹੀ ਸ਼ੁਰੂਆਤ ਕੀਤੀ ਸੀਗੀ ਇਸ ਰੈਜ਼ੋਲੂਸ਼ਨ ਦੀ। ਠੀਕ ਹੈ ਜੀ, ਕਲੀਅਰ ਹੋ ਗਿਆ ਇੱਥੋਂ ਤੱਕ। ਅੱਗੇ ਇੰਡੀਆ ਨੇ 1-2 ਹੋਰ ਰੈਜ਼ੋਲੂਸ਼ਨ ਲੈ ਕੇ ਆਂਦੇ ਸੀਗੇ ਜੋ ਪਾਸ ਨਹੀਂ ਹੋਏ ਕੁਝ, ਤੇ ਇੰਡੀਆ ਇੱਕ ਹੋਰ ਇਸ ਦੇ ਵਿੱਚ ਰੋਲ ਹੈ ਜੀ। ਇੰਡੀਆ ਨੇ ਰੋਲ ਤਾਂ ਇੰਨਾ ਜ਼ਿਆਦਾ ਨਹੀਂ ਆ ਵੀ ਇੰਡੀਆ ਪੂਰੀ ਸਹਿਮਤੀ ਉਸ ਤੇ ਪ੍ਰਗਟ ਕਰਦਾ ਜੀ ਇਸ ਚੀਜ਼ ਤੇ। ਕੀ ਚੀਜ਼ ਸੀਗੀ ਜੀ? ਉਹ ਸੀਗਾ ਜੀ ਮਨੁੱਖੀ ਅਧਿਕਾਰਾਂ ਦੀ ਗੱਲ, ਯੂਨੀਵਰਸਲ ਡੈਕਲੇਰੇਸ਼ਨ ऑफ ह्यूमन राइट्स। इंपॉर्टेंट है ये चीज, यूनिवर्सल डैक्लरेशन ऑफ ह्यूमन राइट्स की कह सकते पंजाबी दे विच? सर्व व्यापक मनुखी अधिकारां दी सर्व व्यापक घोषणा। ये कदों हुई? ये की गई 10 ਦਸੰਬਰ 1948 ਦੇ ਵਿੱਚ। ਇੰਡੀਆ ਨੇ ਪੂਰੀ ਦੀ ਪੂਰੀ ਸਹਿਮਤੀ ਪ੍ਰਗਟਾਈ ਹੈ ਤੇ ਉਹਨਾਂ ਦੇਸ਼ਾਂ ਦੇ ਖਿਲਾਫ ਵੀ ਬੋਲਿਆ ਜੋ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੇ ਵਿਰੋਧ ਨੇ। ਮਨੁੱਖੀ ਅਧਿਕਾਰਾਂ ਦੇ ਜਿੱਥੇ ਸਹੀ ਤਰੀਕੇ ਨਾਲ ਨਹੀਂ ਮਿਲ ਰਹੇ ਹੁੰਦੇ ਤਾਂ ਉਹਨਾਂ ਦੇਸ਼ਾਂ ਦੇ ਖਿਲਾਫ ਆਵਾਜ਼ ਵੀ ਚੁੱਕੀ ਹੈ ਇੰਡੀਆ ਨੇ ਬਹੁਤ ਸਾਰੀ। ਤੇ ਇੰਡੀਆ ਨੇ ਆਪਣੇ ਦੇਸ਼ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਲਾਗੂ ਕੀਤਾ ਜੀ। ਮਨੁੱਖੀ ਅਧਿਕਾਰਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਸਰਵ ਵਿਆਪਕ ਘੋਸ਼ਣਾ ਕਹਿ ਦਿੰਦੇ ਮਨੁੱਖੀ ਅਧਿਕਾਰਾਂ ਦੀ, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ। ਇਹਨੂੰ ਇਸ ਤਰ੍ਹਾਂ ਲਿਖ ਲੈਂਦੇ ਜੀ, UNDHR, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ। ਕਦੋਂ ਪਾਸ ਕੀਤਾ ਗਿਆ ਜੀ ਇਹ ਮਤਾ? 10 ਦਸੰਬਰ 1948 ਨੂੰ। ਇਸ ਮਤੇ ਦੇ ਕੁੱਲ 30 ਆਰਟੀਕਲ ਸੀ। ਬਸ ਕਿੰਨਾ ਕੁ ਹੀ ਇੰਪੋਰਟੈਂਟ ਹੈ, 30 ਅਨੁਛੇਦ ਸੀਗੇ ਇਸ ਦੇ ਡੈਕਲੇਰੇਸ਼ਨ। ਇੰਡੀਆ ਦਾ ਰੋਲ ਸਮਝ ਲੱਗ ਗਈ। ਯੂਨਾਈਟਿਡ ਨੇਸ਼ਨ ਸੰਯੁਕਤ
ਸੰਯੁਕਤ ਰਾਸ਼ਟਰ ਦੇ ਬਾਰੇ ਸਾਰੇ ਕਲੀਅਰ ਹੋ ਗਿਆ, ਕਿਉਂ ਬਣੀ ਹੈ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸ ਚੁੱਕੇ ਹਾਂ। ਅੱਗੇ ਚੱਲਦੇ ਹਾਂ ਜੀ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਦੇਣਾ ਜੀ, ਸ਼ੇਅਰ ਕਰ ਦੇਣਾ। ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ, ਤੇ ਨਵੀਂ ਵੀਡੀਓਜ਼ ਲਈ ਬੈਲ ਆਈਕਨ ਕਲਿੱਕ ਕਰ ਦੇਣਾ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ। ਲਾਈਕ ਤੁਹਾਡੇ એનર્ਜੀ ਦਾ ਕੰਮ ਕਰਦੇ ਆ, ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦੇ ਆ, ਤੇ ਅਸੀਂ ਤੁਹਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਾਂਗੇ। ਤਾਂ ਜੋ ਵੀ ਚੈਨਲ ਤੇ ਨਵੇਂ ਹੋ ਪਲੀਜ਼ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਤਾਂ ਕਿ ਆਪਣੇ 1000 ਸਬਸਕ੍ਰਾਈਬਰ ਤੱਕ ਪਹੁੰਚ ਸਕੀਏ ਤੇ ਲਾਈਵ ਵੀਡੀਓ ਅਪਡੇਟ ਕਰ ਸਕੀਏ ਚੈਨਲ ਦੇ ਉੱਪਰ। ਥੈਂਕ ਯੂ। ਆਪਦੇ ਦੋਸਤਾਂ ਨਾਲ ਸ਼ੇਅਰ ਕਰੋ। ਜੈ ਹਿੰਦ।